ਦੋਸਤੋ ਐਡਜਸਟਮੈਂਟ ਆਫ ਸਟੇਟਸ ਦੀ ਗਾਈਡਲਾਈਨਸ ਆਉਣ ਤੋਂ ਬਾਅਦ ਹਰ ਬੰਦਾ ਪਰੇਸ਼ਾਨ ਹੈ। ਅੱਜ ਇਸ ਵੀਡੀਓ 'ਚ ਮੈਂ ਤੁਹਾਨੂੰ 3 ਗੱਲਾਂ ਦੱਸਣੀਆਂ ਨੇ ਜਿਸ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਤੁਹਾਡੀ ਟੈਨਸ਼ਨ ਖਤਮ ਹੋ ਜਾਏਗੀ। ਇੱਕ ਮੈਂ ਤੁਹਾਨੂੰ ਦੱਸਣਾ ਹੈ USCIS ਦੇ ਜਿਹੜੇ ਸਪੋਕਪਰਸਨ ਨੇ ਉਹਨਾਂ ਦਾ ਲੇਟੈਸਟ ਬਿਆਨ। ਦੂਸਰਾ ਮੈਂ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਵਰਡਿੰਗ ਹੈ ਇਸ ਗਾਈਡਲਾਈਨਸ ਦੀ ਉਹਦਾ ਮਤਲਬ ਕੀ ਹੈ। ਉਹ ਮਤਲਬ ਦੱਸਣ ਤੋਂ ਬਾਅਦ ਤੇ ਬਹੁਤ ਸਾਰੇ ਲੋਕੀ ਟੈਨਸ਼ਨ ਫਰੀ ਹੋ ਜਾਣਗੇ। ਤੇ ਤੀਸਰੀ ਗੱਲ ਮੈਂ ਤੁਹਾਨੂੰ ਦੱਸਣੀ ਹੈ ਕਿ ਇਹ ਜਿਹੜੀ ਸਾਰੀ ਪ੍ਰੈਕਟਿਸ ਹੋ ਰਹੀ ਹੈ ਐਡਜਸਟਮੈਂਟ ਆਫ ਸਟੇਟਸ ਦੀ, ਇਹ ਕਰਨ ਤੋਂ ਬਾਅਦ ਫਾਇਦਾ ਕੀ ਹੋਣਾ, ਇਹ ਕਿਉਂ ਕਰ ਰਹੇ ਨੇ। ਇਹ ਤਿੰਨੇ ਚੀਜ਼ਾਂ ਦੱਸਣੀਆਂ ਨੇ। 23 ਮਈ ਹੈ 2026 ਹੈ, ਸੈਚਰਡੇ ਦਾ ਦਿਨ ਹੈ। ਵੀਡੀਓ ਨੂੰ ਆਖਰ ਤੱਕ ਦੇਖਣਾ, ਤੁਹਾਡਾ ਬਹੁਤ ਫਾਇਦਾ ਹੋਏਗਾ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ। ਦੋਸਤੋ ਪਹਿਲੇ ਮੈਂ ਤੁਹਾਨੂੰ USCIS ਦੇ ਜਿਹੜੇ ਸਪੋਕਪਰਸਨ ਨੇ ਉਹਨਾਂ ਦਾ ਬਿਆਨ ਦੱਸ ਦੇਵਾਂ। ਉਹਨਾਂ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਨਾਲ ਸਾਨੂੰ ਨੈਸ਼ਨਲ ਇੰਟਰਸਟ ਜਾਂ ਇਕਨੋਮਿਕਲ ਇੰਟਰਸਟ ਹੈ ਉਹਨਾਂ ਦਾ ਐਡਜਸਟਮੈਂਟ ਆਫ ਸਟੇਟਸ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਇੱਥੇ ਨੇ। ਯਾਨੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੋਣੇ ਹੀ ਹੋਣੇ ਨੇ। ਯਾਦ ਰੱਖਣਾ, ਜਿਹੜੀ ਗੱਲ ਵੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਉਹ ਮੈਂ ਕਲੀਅਰ ਕਰਾਂਗਾ। 100% ਨਹੀਂ ਕਿਹਾ, ਲੇਕਿਨ ਚਾਂਸਿਸ ਜ਼ਿਆਦਾ ਨੇ। ਹੁਣ ਕੀ ਹੈ ਨੈਸ਼ਨਲ ਇੰਟਰਸਟ? ਕੀ ਹੈ ਕਿ ਜਿਹੜੇ ਲੋਕ ਇੱਥੇ ਪ੍ਰੋਫੈਸ਼ਨਲੀ ਉਹਨਾਂ ਦਾ ਫਾਇਦਾ ਹੈ, ਯਾਨੀ ਕਿ ਡਾਕਟਰ ਨੇ, ਇੰਜੀਨੀਅਰ ਨੇ, ਰਿਸਰਚਰ ਨੇ, ਉਹਦੇ ਨਾਲ ਜਨਾਬ ਵਾਲਾ ਹੋਰ ਇਹੋ ਜਿਹੇ ਸ਼ੋਬੇ ਨੇ, ਜਾਂ ਫਾਈਨੈਂਸ਼ੀਅਲੀ ਇਕਨੋਮਿਕਲੀ ਜਿਹਨਾਂ ਦਾ ਫਾਇਦਾ, ਜਿਸ ਤਰ੍ਹਾਂ ਬਿਜ਼ਨਸਮੈਨ ਜਿਨ੍ਹਾਂ ਨੇ ਇੱਥੇ ਪੈਸੇ ਇਨਵੈਸਟ ਕੀਤੇ ਨੇ, ਇਹਨਾਂ ਸਾਰੇ ਲੋਕਾਂ ਦਾ ਅਮਰੀਕਾ ਨੂੰ ਫਾਇਦਾ ਹੈ। ਹੋਰ ਵੀ ਮੁਖਤਲਿਫ ਬੇਤਾਸ਼ਾ ਸ਼ੋਬੇ ਹੋਣਗੇ ਤੇ ਉਹਨਾਂ ਨੂੰ ਚਾਂਸ ਨੇ ਕਿ ਐਡਜਸਟਮੈਂਟ ਆਫ ਸਟੇਟਸ ਇੱਥੇ ਹੋ ਜਾਏਗਾ। ਜਿਹਦੇ 'ਚ NIW ਵਾਲੇ ਨੇ, ਸਾਰੇ NIW ਮਿਲਦਾ ਹੀ ਉਹਨੂੰ ਹੈ ਜਿਹੜਾ ਬਹੁਤ ਹਾਈ ਜਿਹਦੇ ਅੰਦਰ ਹੋਵੇ ਐਬਿਲਿਟੀਜ਼ ਹੋਣ। ਔਰ ਇਸ ਲਈ ਜਨਾਬ ਤੁਹਾਡੇ H1B ਵਾਲੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਚਾਂਸ ਹੈਗੇ ਨੇ ਕਿ ਇੱਥੇ ਐਡਜਸਟਮੈਂਟ ਆਫ ਸਟੇਟਸ ਹੋ ਜਾਏ। ਹੁਣ H1B ਦਾ ਮਾਮਲਾ ਥੋੜਾ ਡਿਫਰੈਂਟ ਹੈਗਾ ਜੀ। H1B 2 ਵੀਜ਼ਿਆਂ ਦਾ ਜਿਹੜਾ ਨਾ ਉਹ ਮਜਮੂ ਹੈ। ਪਹਿਲਾ ਕੀ ਹੈ, ਆਰਜ਼ੀ ਵਰਕ ਵੀਜ਼ਾ, ਟੈਂਪਰੇਰੀ ਵਰਕ ਵੀਜ਼ਾ, ਉਹ ਕਨਵਰਟ ਹੁੰਦਾ ਗ੍ਰੀਨ ਕਾਰਡ ਦੇ ਵਿੱਚ। ਇਸ ਵਾਸਤੇ ਇਹਨਾਂ ਨੂੰ ਜ਼ਰਾ ਡਿਫਰੈਂਟ ਟਰੀਟ ਕੀਤਾ ਜਾਏਗਾ। ਇਹਨਾਂ ਨੂੰ F1 ਨਾਲ ਜਾਂ ਆਰਜ਼ੀ ਵਰਕ ਵੀਜ਼ਾ J1 ਨਾਲ ਜਾਂ ਵਿਜ਼ਿਟ ਵੀਜ਼ੇ ਵਕਨ ਟਰੀਟ ਨਹੀਂ ਕੀਤਾ ਜਾਏਗਾ। ਇਹਨਾਂ ਦਾ ਮਾਮਲਾ ਜ਼ਰਾ ਡਿਫਰੈਂਟ ਹੋਏਗਾ। ਔਰ ਇਹ ਕਿਉਂਕਿ ਇਹ ਵੀ ਹਾਈਲੀ ਪੇਡ ਹੁੰਦੇ ਨੇ, ਹਾਈਲੀ ਸਕਿਲਡ ਹੁੰਦੇ ਨੇ, ਤੇ ਜ਼ਿਆਦਾ ਚਾਂਸਿਸ ਨੇ H1B ਵਾਲਿਆਂ ਦੇ ਕਿ ਉਹਨਾਂ ਦੀ ਇੱਥੇ ਹੀ ਐਡਜਸਟਮੈਂਟ ਆਫ ਸਟੇਟਸ ਹੋਏਗੀ। ਜਿਸ ਨਾਲ NIW ਵਾਲਿਆਂ ਦੇ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਇੱਥੇ ਹੀ ਐਡਜਸਟਮੈਂਟ ਆਫ ਸਟੇਟਸ ਹੋਏਗੀ। ਹੁਣ ਯਾਦ ਰੱਖੋ, ਇਹ ਦੋਵੇਂ ਬੜੀ ਹਾਈਲੀ ਕੁਆਲੀਫਾਈਡ ਲੋਕਾਂ ਦੀਆਂ ਹੈਗੀਆਂ ਨੇ ਔਰ ਇਹਨਾਂ ਦੋਵਾਂ ਨਾਲ ਮੁਲਕ ਨੂੰ ਫਾਇਦਾ ਹੁੰਦਾ ਹੈ। 100% ਫੇਰ ਵੀ ਨਹੀਂ ਕਹਿ ਰਿਹਾ, ਨਾ ਹੀ ਉਹਨਾਂ ਨੇ ਕਿਹਾ 100%, ਲੇਕਿਨ ਜ਼ਿਆਦਾ ਚਾਂਸ ਨੇ ਕਿ ਇਹ ਕੈਟੇਗਰੀਜ਼ ਨੂੰ ਇੱਥੇ ਹੀ ਐਡਜਸਟਮੈਂਟ ਸਟੇਟਸ ਮਿਲ ਜਾਏ। ਕਿਉਂਕਿ ਜ਼ਾਹਿਰ ਹੈ ਹਰ ਬੰਦਾ ਆਪਣਾ ਫਾਇਦਾ ਦੇਖਦਾ ਹੈ। ਹਰ ਬੰਦੇ ਤੋਂ ਮੁਰਾਦ ਹੈ ਅਮਰੀਕਾ ਦੇਖਦਾ ਕਿ ਇਹ ਬੰਦਿਆਂ ਦਾ ਸਾਨੂੰ ਫਾਇਦਾ ਹੈ, ਇਹਨਾਂ ਨੂੰ ਇੱਥੇ ਐਡਜਸਟਮੈਂਟ ਸਟੇਟਸ ਦੇ ਕੇ ਇੱਥੇ ਹੀ ਯਾਨੀ ਕਿ ਇਹਨਾਂ ਨੂੰ ਬਿਜ਼ੀ ਰੱਖੋ ਬਜਾਏ ਇਸ ਦੇ ਕਿ ਆਪਣੇ ਮੁਲਕ ਜਾਣ। ਹੁਣ ਆ ਗਈ ਦੂਸਰੀ ਗੱਲ ਹੈ ਕੇਸ ਬਾਈ ਕੇਸ। ਦੇਖੋ ਬਹੁਤ ਹੀ ਈਜ਼ੀਲੀ ਉਹਨਾਂ ਨੇ ਆਪਣੇ, ਦੇਖੋ ਉਹ ਜਿਹੜੀ ਉਹਨਾਂ ਦੀ ਆਈ ਹੈ ਨਾ ਪ੍ਰੈਸ ਰਿਲੀਜ਼ ਜਾਂ ਸਟੇਟਮੈਂਟ ਆਈ ਹੈ USCIS ਦੀ ਆਪਣੀ, ਜਿਹੜੀ ਲੋਕਾਂ ਨੇ ਦੱਸੀ ਉਹਦੀ ਗੱਲ ਨਹੀਂ ਕਰ ਰਹੀ। ਉਹ ਮੈਂ ਅੱਜ ਫਿਰ ਦੁਬਾਰਾ ਡਿਟੇਲ ਨਾਲ ਇੱਕ ਲਾਈਨ ਪੜ੍ਹੀ ਹੈ। ਉਹਦੇ 'ਚ ਉਹਨੇ ਬੜਾ ਹੀ ਵਾਜ਼ਿਆ ਲਿਖਿਆ, ਐਕਸਟਰਾ ਆਰਡੀਨਰੀ ਸਰਕਮਸਟੈਂਸਿਸ ਐਂਡ ਕੇਸ ਬਾਈ ਕੇਸ, ਕਿ ਜਿਹਦੇ ਐਸਾ ਹਾਲਾਤ ਹੋਣਗੇ ਕਿ ਜਿਹਦੇ ਹਾਲਾਤ ਦੇ ਮੁਤਾਬਿਕ ਉਹਨੂੰ ਐਡਜਸਟਮੈਂਟ ਆਫ ਦੇਣਾ ਜ਼ਰੂਰੀ ਹੋਏਗਾ, ਇੱਥੇ ਅਸੀਂ ਉਹਨੂੰ ਦਾਂਗੇ ਔਰ ਕੇਸ ਬਾਈ ਕੇਸ ਦੇਖਾਂਗੇ। ਹੁਣ ਦੇਖੋ, ਤੁਸੀਂ ਮੇਰੇ ਕੋਲ ਪੈਰੈਂਟਸ ਵਾਲੇ ਵੀ ਪੁੱਛ ਰਹੇ ਨੇ, ਮੇਰੇ ਕੋਲੋਂ EB3 ਵਾਲੇ ਵੀ ਪੁੱਛ ਰਹੇ ਨੇ, ਮੇਰੇ ਕੋਲ ਸਪਾਊਸ ਵਾਲੇ ਵੀ ਪੁੱਛ ਰਹੇ ਨੇ, ਸਾਰੇ ਹੀ ਪੁੱਛ ਰਹੇ ਨੇ। ਤੇ ਮੈਂ ਤੁਹਾਨੂੰ ਇਸੇ ਵਾਸਤੇ ਇੱਕ ਵੀਡੀਓ ਬਣਾਉਣਾ ਤਾਂ ਕਿ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏ। ਉਮੀਦ ਹੈ ਕਿ ਇਸ ਤੋਂ ਬਾਅਦ ਤੁਹਾਡੀ ਕਾਫੀ ਟੈਨਸ਼ਨ ਰਿਲੀਜ਼ ਹੋ ਜਾਏਗੀ। ਕਿਸੇ ਨੂੰ ਉਹਨਾਂ ਨੇ ਮਨਾ ਨਹੀਂ ਕੀਤਾ। ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਕਰਾਓ, ਸਾਡਾ ਅਫਸਰ ਫੈਸਲਾ ਕਰੇਗਾ। ਉਹਨੂੰ ਅਸੀਂ ਗਾਈਡਲਾਈਨ ਦੇ ਦਿੱਤੀ ਹੈ ਕਿ ਬਈ ਇਹ ਗਾਈਡਲਾਈਨ ਹੀ ਅਗਰ ਤੂੰ ਸਮਝੇ ਕਿ ਇਹਦੇ ਵਾਕਈ ਹਾਲਾਤ ਐਸੇ ਨੇ ਕਿ ਇਹਨੂੰ ਐਡਜਸਟਮੈਂਟ ਆਫ ਸਟੇਟਸ ਦੇਣਾ ਤੇ ਦੇ ਦਿਓ, ਨਹੀਂ ਤੇ ਉਹਨੂੰ ਵਾਪਸ ਭੇਜੋ। ਹੁਣ ਉਹਦੇ 'ਚ ਕੀ ਸੂਰਤ ਹਾਲ ਹੈ ਦੇਖੋ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਮੇਰੀ ਮੇਨ ਗੱਲ ਦੱਸਦਾ, ਜਿਹੜਾ ਸਵਾਲ ਤੁਸੀਂ ਬਹੁਤ ਜ਼ਿਆਦਾ ਕਰ ਰਹੇ ਹੋ, ਇੱਕਦਮ ਮੇਰੇ ਦਿਮਾਗ 'ਚ ਆਇਆ ਕਿ ਜਿਨ੍ਹਾਂ ਦਾ ਪਹਿਲੇ H1B ਜਿਨ੍ਹਾਂ ਦਾ ਪਹਿਲੇ ਐਡਜਸਟਮੈਂਟ ਆਫ ਸਟੇਟਸ ਅਪਲਾਈ ਹੋ ਚੁੱਕਿਆ, ਉਹਨਾਂ ਦਾ ਕੀ ਬਣੇਗਾ। ਇਸ ਸਵਾਲ ਦਾ ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ। ਕਿਸੇ ਸਟੇਟਮੈਂਟ 'ਚ ਕਿਧਰੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਇਹਦਾ ਕੀ ਬਣੇਗਾ। ਇਹਦੇ ਬਾਰੇ ਮੈਂ ਆਪਣਾ ਤਜਜ਼ੀਆ ਦੇ ਸਕਣਾ ਵਾ, ਜਿਹੜਾ ਮਤਲਬ ਜ਼ਾਹਰ ਹੈ ਗਲਤ ਵੀ ਹੋ ਸਕਦਾ, ਸਹੀ ਵੀ ਹੋ ਸਕਦਾ। ਮੇਰੇ ਖਿਆਲ ਦੇ ਨਾਲ ਜਿਨ੍ਹਾਂ ਦੇ ਪਹਿਲੇ ਅਪਲਾਈ ਹੋ ਚੁੱਕੇ ਨੇ ਉਹ ਬਹੁਤ ਅੱਗੇ ਜਾ ਚੁੱਕੇ ਨੇ। ਉਹਨਾਂ ਨੂੰ ਵਰਕ ਪਰਮਿਟ ਮਿਲ ਚੁੱਕਿਆ ਹੋਏਗਾ, ਉਹਨਾਂ ਨੂੰ ਟਰੈਵਲ ਡਾਕੂਮੈਂਟ ਮਿਲ ਚੁੱਕਿਆ ਹੋਏਗਾ, ਜੌਬ ਕਰ ਰਹੇ ਹੋਣਗੇ, ਸੋਸ਼ਲ ਸਿਕਿਉਰਿਟੀ ਨੰਬਰ ਮਿਲ ਚੁੱਕਾ ਹੋਏਗਾ। ਬਹੁਤ ਘੱਟ ਉਮੀਦ ਹੈ, ਬਾਇਓਮੈਟ੍ਰਿਕਸ ਵੀ ਆਬਵੀਅਸਲੀ ਹੋ ਚੁੱਕੇ ਹੋਣਗੇ। ਬਹੁਤ ਘੱਟ ਉਮੀਦ ਹੈ ਕਿ ਉਹਨਾਂ ਨੂੰ ਜਿਹੜਾ ਨਾ ਰਿਫਿਊਜ਼ ਕੀਤਾ ਜਾਏ ਐਡਜਸਟਮੈਂਟ ਆਫ ਸਟੇਟਸ, ਬਹੁਤ ਘੱਟ। ਹਾਂ, ਹੋ ਸਕਦਾ ਕਿ ਕੇਸ ਟੂ ਕੇਸ ਉਹਨਾਂ ਦਾ ਵੀ ਦੇਖਿਆ ਜਾਵੇ, ਲੇਕਿਨ ਉਹਨਾਂ ਦੇ ਮੁਤਲਕ ਕੋਈ ਗੱਲ ਨਹੀਂ ਕੀਤੀ ਕਿਉਂਕਿ ਇਹ ਕਾਨੂੰਨ ਕੱਲ ਤੋਂ ਸ਼ੁਰੂ ਹੋਇਆ। ਹੋ ਸਕਦਾ ਕਿ ਉਹਨਾਂ ਨੂੰ ਇਹਦਾ ਫਾਇਦਾ ਮਿਲ ਜਾਏ ਔਰ ਜਿਹੜੇ ਪਹਿਲੇ ਕਰ ਚੁੱਕੇ ਨੇ ਉਹਨਾਂ ਨੂੰ ਇਹਦੇ 'ਚ ਨਾ ਲਿਆ ਜਾਏ ਔਰ ਉਹਨਾਂ ਨੂੰ ਐਡਜਸਟਮੈਂਟ ਆਫ ਸਟੇਟਸ ਕਰਤਾ ਜਾਏ, ਲੇਕਿਨ ਇਹ ਵਕਤ ਦੱਸੇਗਾ। ਹੁਣ ਆਸਤਾ ਸਾਨੂੰ ਚੀਜ਼ਾਂ ਪਤਾ ਲੱਗਣਗੀਆਂ। ਜ਼ਾਹਿਰ ਕੱਲ ਤੋਂ ਕੰਮ ਸ਼ੁਰੂ ਹੋ ਗਿਆ, ਅਗਲੇ ਕੁਝ ਦਿਨਾਂ 'ਚ ਕਾਫੀ ਕੇਸ ਬਾਹਰ ਆਉਣਗੇ, ਲੋਕੀ ਦੱਸਣਗੇ, ਮੈਂ ਵੀ ਤੁਹਾਨੂੰ ਦੱਸਾਂਗਾ ਫਿਰ ਇਹ ਗੱਲ। ਦੂਸਰੀ ਗੱਲ ਆ ਗਈ ਜਨਾਬ ਕਿ ਕੇਸ ਬਾਈ ਕੇਸ ਦਾ ਮਤਲਬ ਕੀ ਹੈ। ਹੁਣ ਇੱਕ ਪੈਰੈਂਟਸ ਵੀਜ਼ਾ ਅਪਲਾਈ ਹੋਇਆ,
पेरेंट्स हुण दस्सणगे, ਉਹਦੇ ਡਾਕੂਮੈਂਟਸ ਦੱਸਣਗੇ, ਪੈਰੈਂਟਸ ਦੱਸਣਗੇ, ਕੇਸ ਦੱਸੇਗਾ ਕਿ ਵੀ ਇਹ ਪੈਰੈਂਟਸ ਆ ਕੇ ਅਮਰੀਕਾ ਬੈਠੇ ਨੇ, ਇਹਨਾਂ ਦਾ ਕਿਉਂ ਜ਼ਰੂਰੀ ਹੈ ਕਿ ਇਹਨਾਂ ਨੂੰ ਐਡਜਸਟਮੈਂਟ ਆਫ ਸਟੇਟਸ ਦਿੱਤਾ ਜਾਏ, ਕੀ ਸਰਕਮਸਟੈਂਸਿਸ ਨੇ। ਇਹ ਹੁਣ ਕੇਸ ਤੁਹਾਨੂੰ ਵਕੀਲਾਂ ਕੋਲ ਤਿਆਰ ਕਰਾਣੇ ਪੈਣੇ ਨੇ, ਸਟਰੋਂਗ ਕੇਸ ਤਿਆਰ ਕਰ। ਦੇਖੋ ਹੁਣ ਇੱਕ ਬੰਦੇ ਦੇ ਪੈਰੈਂਟਸ ਆਏ ਨੇ, ਉਹ ਜਾਏਗਾ ਹੁਣ ਜਦੋਂ ਆਪਣਾ ਉਹਨਾਂ ਦੇ ਐਡਜਸਟਮੈਂਟ ਆਫ ਸਟੇਟਸ ਵਾਸਤੇ ਨਾਲ ਮੈਡੀਕਲ ਇੰਸ਼ੋਰੈਂਸ ਵੀ ਲਾਏ, ਤਾਂ ਕਿ ਇੱਕ ਵਜ਼ਨ ਵਧੇਗਾ ਨਾ ਕੇਸ ਕਿ ਵੀ ਇਹ ਮੈਡੀਕਲ ਇੰਸ਼ੋਰੈਂਸ ਵੀ ਲਈ ਹੈ, ਇਹ ਕੋਈ ਬਰਡਨ ਨਹੀਂ ਹੈ ਤੁਹਾਡੇ ਤੇ, ਇਹ ਕੋਈ ਵੈਲਫੇਅਰ ਨਹੀਂ ਲੈਣਗੇ, ਲੇਕਿਨ ਮਜਬੂਰੀ ਹੈ ਕਿ ਇਹਨਾਂ ਦਾ ਪਿੱਛੇ ਕੋਈ ਹੈ ਨਹੀਂ, ਇਹ ਸਫਰ ਨਹੀਂ ਕਰ ਸਕਦੇ, ਇਹਨਾਂ ਦਾ ਇਕਨੋਮਿਕਲੀ ਪ੍ਰੋਬਲਮ ਹੈ, ਇਹਨਾਂ ਕੋਲ ਖਰਚਾ ਨਹੀਂ ਹੈਗਾ, ਇਹਨਾਂ ਕੋਲ ਇਹ ਮਸਲਾ ਹੈ। ਜੋ ਵੀ ਤੁਹਾਡਾ ਪ੍ਰੋਬਲਮ ਹੋਏਗੀ ਤੁਸੀਂ ਉਹਨਾਂ ਨੂੰ ਐਕਸਪਲੇਨ ਕਰੋਗੇ ਬਹੁਤ ਅੱਛੇ ਤਰੀਕੇ ਨਾਲ, ਫਿਰ ਚਾਂਸ ਨਹੀਂ ਮਿਲੇਗਾ। ਇਸ ਨਹੀਂ ਆ ਗਿਆ ਸਪਾਊਸ ਵੀਜ਼ਾ। ਸਪਾਊਸ ਵੀਜ਼ਾ ਦਾ ਵੀ ਆਹੀ ਮਸਲਾ ਕਿ ਹੁਣ ਬੱਚਾ ਜੀ ਤੇ ਬੀਵੀ ਹੈ, ਉਹ ਆਪਣੇ ਮੁਲਕ ਬੈਠੇ ਨੇ, ਇੱਥੇ ਬੰਦਾ ਇੱਥੇ ਬੈਠਾ, ਅਗਰ ਉਹ ਆ ਜਾਂਦੇ ਨੇ ਵਿਜ਼ਿਟ ਵੀਜ਼ੇ ਤੇ ਉਹ ਵੀ ਇਹ ਕਹਿ ਸਕਦਾ ਵੀ ਬੱਚੇ ਨੂੰ ਬੀਵੀ ਨਹੀਂ ਇਕੱਲੇ ਸੰਭਾਲ ਸਕਦੀ, ਪਲੀਜ਼ ਇਹਨੂੰ ਐਡਜਸਟਮੈਂਟ ਆਫ ਸਟੇਟਸ ਦਿੱਤਾ ਜਾਏ। ਇਸ ਨਹੀਂ ਅਗਰ ਹਸਬੈਂਡ ਇੱਥੇ ਆ ਜਾਂਦਾ ਹੈ, ਇਹਦੇ ਵੀ ਅੱਛੇ ਚਾਂਸਿਸ ਨੇ। ਇਹਨਾਂ ਦੋਵਾਂ ਨੂੰ ਮੈਂ ਪਹਿਲੇ ਕਿਉਂ ਡਿਸਕਸ ਕੀਤਾ ਹੈ ਕਿ ਇਹਦੇ ਵਿੱਚ ਅਗਰ ਤੁਸੀਂ ਸਾਬਤ ਕਰਦੇ ਹੋ ਕਿ ਐਕਸਟਰਾਆਰਡੀਨਰੀ ਸਰਕਮਸਟੈਂਸਿਸ ਹੈਗੇ ਨੇ, ਕਿਉਂਕਿ ਇਹ ਦੋ ਕੇਸਾਂ ਦੇ ਵਿੱਚ ਚਾਂਸਿਸ ਨੇ ਕਿ ਸਾਬਤ ਕਰਨਾ, ਕਿਉਂਕਿ ਫੈਮਿਲੀ ਰੀਯੂਨੀਅਨ ਹੈ, ਪੈਰੈਂਟਸ ਵੀ, ਔਰ ਇਹਨਾਂ ਦੋਵਾਂ 'ਚ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਕੋਟਾ ਨਹੀਂ ਹੈਗਾ, ਇਹ ਓਪਨ ਵੀਜ਼ੇ ਨੇ, ਜਿੰਨੇ ਮਰਜ਼ੀ ਪੈਰੈਂਟਸ ਆ ਸਕਦੇ ਨੇ, ਜਿੰਨੇ ਮਰਜ਼ੀ ਸਪਾਊਸ ਦੇ ਬੱਚੇ ਆ ਸਕਦੇ ਨੇ। ਇਸ ਵਾਸਤੇ ਇਹਦੇ ਚਾਂਸਿਸ ਨੇ, ਅਗਰ ਤੁਸੀਂ ਸਾਬਤ ਕੀਤਾ। ਉਹਨਾਂ ਨੇ ਕਿਹਾ ਨਹੀਂ ਕਿ ਦਾਂਗੇ, ਉਹਨਾਂ ਨੇ ਕਿਹਾ ਕਿ ਕੇਸ ਟੂ ਕੇਸ ਦੇਖਾਂਗੇ। ਇਸ ਵਾਸਤੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਅਪਲਾਈ ਕਰੋ, ਆਪਣੇ ਸਰਕਮਸਟੈਂਸਿਸ ਦੱਸੋ, ਬਹੁਤ ਜ਼ਿਆਦਾ ਚਾਂਸ ਨੇ ਕਿ ਤੁਹਾਨੂੰ ਇਹਦੇ 'ਚ ਮਿਲੇਗਾ ਐਡਜਸਟਮੈਂਟ ਆਫ ਸਟੇਟਸ। ਹੁਣ ਆ ਗਏ ਅਗਲੀ ਕੈਟੇਗਰੀ ਜਿਹੜੀ ਜ਼ਿਆਦਾ ਪੁੱਛੀ ਜਾ ਰਹੀ, EB3 ਵਾਲੇ। ਦੇਖੋ EB3 ਵਾਲੇ ਹੋ ਗਏ, ਜਾਂ ਉਹ ਭੈਣ ਭਰਾ ਵਾਲੇ ਕੇਸ ਹੋ ਗਏ, F4 F3 ਵਾਲੇ ਕੇਸ ਹੋ ਗਏ, ਜਾਂ ਜਿਹੜੇ ਹੈਗੇ ਨੇ ਤੁਹਾਡੇ ਆਪਣਾ ਜਿਹਨਾਂ ਨੇ ਇੱਥੇ ਆਏ ਨੇ ਵਿਜ਼ਿਟ ਵੀਜ਼ੇ ਤੇ, ਔਰ ਆ ਕੇ ਸ਼ਾਦੀ ਕਰਕੇ ਹੁਣ ਐਡਜਸਟਮੈਂਟ ਆਫ ਸਟੇਟਸ ਕਰ ਰਹੇ ਨੇ। ਇਹ ਤਿੰਨ ਮੁਸ਼ਕਲ ਕੈਟੇਗਰੀਆਂ ਨੇ। ਮੁਸ਼ਕਲ ਕੈਟੇਗਰੀ ਤੋਂ ਮੁਰਾਦ ਹੈ ਕਿ ਇਹਨਾਂ ਨੂੰ ਰੀਅਲੀ ਸਾਬਤ ਕਰਨਾ ਪਏਗਾ। ਇਹ ਉਹ ਤਿੰਨ ਕੈਟੇਗਰੀਆਂ ਨੇ ਜਿਹੜੀਆਂ ਆਪਣੇ ਮੁਲਕ ਜਾ ਕੇ ਸਾਰਾ ਪ੍ਰੋਸੈਸ ਕਰ ਸਕਦੀਆਂ ਨੇ, ਕੋਈ ਪ੍ਰੋਬਲਮ ਨਹੀਂ ਹੈਗੀ। ਦੇਖੋ ਭੈਣ ਭਰਾਵਾਂ ਦਾ ਅਗਰ ਤੁਸੀਂ ਸਾਬਤ ਕਰ ਦਿਓ ਵੀ ਇੱਕ ਭੈਣ ਜਾਂ ਇੱਕ ਭਰਾ ਪਿੱਛੇ ਰਹਿ ਗਿਆ ਸੀ, ਫੈਮਿਲੀ ਦਾ ਮਿਲਣਾ ਬਹੁਤ ਜ਼ਰੂਰੀ ਹੈ, ਇਹਨਾਂ ਦਾ ਜਿਹੜੀ ਪਾਸਟ ਹਿਸਟਰੀ ਹੈ ਉਹ ਬੜੀ ਜ਼ਬਰਦਸਤ ਹੈ, ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਨਹੀਂ, ਇੱਕ ਜਾਇਜ਼ ਤੁਸੀਂ ਦਿਓਗੇ ਉਹਨਾਂ ਨੂੰ, ਇੱਕ ਐਕਸਟਰਾ ਆਰਡੀਨਰੀ ਸਰਕਮਸਟੈਂਸਿਸ ਹੋ ਸਕਦਾ ਕਿ ਉਹ ਵੀ ਹੋਈਏ, ਲੇਕਿਨ ਬਹੁਤ ਟਫ ਹੈ। EB3 ਵੀ ਸੇਮ ਹੈ ਕਿ ਵੀ ਇਸ ਬੰਦੇ ਨੂੰ EB3 ਦੇ ਰਹੇ ਹਾਂ, ਕਿਉਂ ਇਹਦਾ ਇੱਥੇ ਰੁਕਣਾ ਜ਼ਰੂਰੀ ਹੈ, ਕਿਉਂ ਆਪਣੇ ਮੁਲਕ ਜਾਏ, ਉੱਥੇ ਵੇਟ ਕਰੇ ਔਰ EB3 ਲੈ ਕੇ ਆਏ, ਕਿਉਂ ਜ਼ਰੂਰੀ ਹੈ, ਕਿਉਂ ਅਸੀਂ ਇਹਨੂੰ ਇੱਥੇ ਐਡਜਸਟਮੈਂਟ ਆਫ ਸਟੇਟਸ ਦਈਏ। ਇਹ ਇੱਕ ਟਫ ਕੰਮ ਹੈ, ਇਹ ਦੇਣਾ ਤੁਹਾਨੂੰ ਦੱਸਣਾ ਪਏਗਾ। ਤੀਸਰਾ ਕੇਸ ਜਨਾਬੇ ਵਾਲਾ ਕਿ ਤੁਸੀਂ ਆਉਂਦੇ ਹੋ ਅਮਰੀਕਾ ਔਰ ਆ ਕੇ ਸ਼ਾਦੀ ਕਰਦੇ ਹੋ, ਤੇ ਤੁਹਾਨੂੰ ਹੁਣ ਸਾਬਤ ਕਰਨਾ ਪਏਗਾ ਕਿਉਂ ਐਡਜਸਟਮੈਂਟ ਆਫ ਸਟੇਟਸ ਕਰੀਏ, ਕਿਉਂ ਨਾ ਇਹ ਬੀਵੀ ਹੈ ਸ਼ੋਹਰ ਵਾਪਸ ਜਾਣ, ਉੱਥੇ ਜਾ ਕੇ ਆਪਣਾ ਕਾਉਂਸਲਰ ਸਾਰੀ ਕਰਨ। ਇਹ ਤਿੰਨ ਕੈਟੇਗਰੀਆਂ ਬਹੁਤ ਟਫ ਨੇ। ਇਸ ਤੋਂ ਇਲਾਵਾ ਹੋਰ ਵੀ ਕੈਟੇਗਰੀਆਂ ਹੋਣਗੀਆਂ, ਲੇਕਿਨ ਇਹ ਜਿਹੜੀਆਂ ਕੈਟੇਗਰੀਆਂ ਨੇ ਨਾ, ਇਹਦੇ ਤੇ ਇਹਦਾ ਸਭ ਤੋਂ ਜ਼ਿਆਦਾ ਮੇਰੇ ਕੋਲ ਸਵਾਲ ਹੋ ਰਿਹਾ, ਮੈਂ ਇਸ ਵਾਸਤੇ ਇਹਦਾ ਜਵਾਬ ਦੇ ਰਿਹਾ। ਮਾਂ ਪਿਓ ਤੇ ਮੀਆਂ ਬੀਵੀ ਦੇ ਅੱਛੇ ਚਾਂਸ ਨੇ, ਲੇਕਿਨ ਕਿਸੇ ਦਾ ਨਾਂ ਨਹੀਂ ਲਿਆ। ਹਰ ਸੂਰਤ 'ਚ ਤੁਸੀਂ ਸਾਬਤ ਕਰਕੇ ਦੇਣਾ ਕਿ ਹਾਂ ਬਈ ਇਹ ਹੈ ਕੰਮ। ਇਹ ਹੁਣ ਆ ਗਈ ਸਾਰੀ ਸੂਰਤ-ਏ-ਹਾਲ। ਮਨਾ ਕਿਸੇ ਨੂੰ ਨਹੀਂ ਕੀਤਾ, ਅਪਲਾਈ ਕਰੋ, ਐਡਜਸਟਮੈਂਟ ਆਫ ਸਟੇਟਸ ਲਾਜ਼ਮੀ ਅਪਲਾਈ ਕਰੋ। ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਸਮਝਦੇ ਹੋ ਕਿ ਤੁਹਾਡੇ ਸਰਕਮਸਟੈਂਸਿਸ ਅੱਛੇ ਨੇ, ਤੁਸੀਂ ਅਪਲਾਈ ਕਰੋ। ਤੀਸਰੀ ਚੀਜ਼ ਆ ਗਈ ਕਿ ਇਹਦਾ ਫਾਇਦਾ ਕੀ ਹੈ, ਕਿਉਂ ਕਰ ਰਹੇ ਨੇ। ਇਹਦਾ ਜਨਾਬ ਕਰਨ ਦਾ ਫਾਇਦਾ ਹੈ ਕਿ USCIS ਕਹਿੰਦਾ ਹੈ ਕਿ ਸਾਡੇ ਕੋਲੋਂ ਹਰ ਸਾਲ ਬੇਤਹਾਸ਼ਾ ਲੋਕ ਐਡਜਸਟਮੈਂਟ ਆਫ ਸਟੇਟਸ ਕਰ ਦਿੰਦੇ ਨੇ। ਸਾਡੇ ਤੇ ਬਰਡਨ ਬਹੁਤ ਜ਼ਿਆਦਾ ਹੁੰਦਾ। ਉਹਦੀ ਵਜ੍ਹਾ ਨਾਲ ਕੀ ਹੁੰਦਾ ਕਿ ਜਿਹੜਾ ਸਾਡਾ ਅਸਲ ਕੰਮ ਹੈ, ਅਸੀਂ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣੀ ਹੈ, ਅਸੀਂ ਅਸਾਈਲਮ ਕੇਸ ਕਰਨੇ ਨੇ, ਅਸੀਂ ਹੋਰ ਬਹੁਤ ਸਾਰੇ ਕੇਸ ਇੱਥੇ ਨੇ ਜਿਹੜੇ ਇੱਥੇ ਹੀ ਹੋ ਰਹੇ ਹੁੰਦੇ ਨੇ, ਜਿਹੜੇ ਸਿਰਫ ਅਮਰੀਕਾ 'ਚ ਹੀ ਹੋਣੇ ਨੇ, ਉਹ ਸਾਡੇ ਸਾਰੇ ਪੈਂਡਿੰਗ ਹੋ ਜਾਂਦੇ ਨੇ, ਲੰਬਾ ਬੈਕਲੌਗ ਲੱਗ ਜਾਂਦਾ। ਉਹਦੀ ਵਜ੍ਹਾ ਦੇ ਨਾਲ ਸਾਨੂੰ ਪ੍ਰੋਬਲਮ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਇਹ ਕੇਸ ਤੇ ਕਿਉਂਕਿ ਆਪਣੇ ਮੁਲਕਾਂ 'ਚ ਹੋ ਸਕਦੇ ਨੇ, ਸਾਰੇ ਨਹੀਂ, ਜਿਹੜੇ ਹੋ ਸਕਦੇ ਹੋਣਗੇ ਉਹ ਸਾਰੇ ਅਸੀਂ ਵਾਪਸ ਭੇਜੀਏ, ਆਪਣਾ ਬੋਝ ਘੱਟ ਕਰੀਏ, ਔਰ ਇੱਥੇ ਲੋਕਾਂ ਨੂੰ ਜਲਦੀ ਤੋਂ ਜਲਦੀ ਅਸਾਈਲਮ, ਜਲਦੀ ਤੋਂ ਜਲਦੀ ਸਿਟੀਜ਼ਨਸ਼ਿਪ, ਜਲਦੀ ਤੋਂ ਜਲਦੀ ਦੂਸਰੇ ਸਾਰੇ ਕੇਸ ਜਿਹੜੇ ਅਮਰੀਕਨ ਰਿਲੇਟਡ ਨੇ ਕਰੀਏ। ਇਹ ਵੀ ਮੇਨ ਫਾਇਦਾ ਉਹ ਲੈਣਾ ਚਾਹੁੰਦੇ ਤੋਂ। ਔਰ ਇਹਦੇ ਵਿੱਚ ਵੀ ਦੇਖੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਰਿਆਂ ਨੂੰ ਵਾਪਸ ਭੇਜਦਾ, ਕਿਧਰੇ ਵੀ ਸਾਰਿਆਂ ਦਾ ਲਫ਼ਜ਼ ਨਹੀਂ ਬੋਲਿਆ ਗਿਆ। ਇਸ ਵਾਸਤੇ ਕਿਸੇ ਗੱਲ 'ਚ ਨਾ ਹੋ, ਤੁਸੀਂ ਤਾਂ ਹਰ ਇੱਕ ਮੁਖਤਲਿਫ ਲੋਕਾਂ ਕੋਲ ਗੱਲ ਸੁਣਦੇ ਹੋਵੋਗੇ। ਜਿਹੜੀ ਸੱਚ ਗੱਲ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ। ਅੱਜ ਮੈਂ ਫਿਰ ਡਿਟੇਲ ਨਾਲ ਸਾਰੀ ਪੜ੍ਹੀ ਤਾਂ ਕਿ ਕੋਈ ਚੀਜ਼ ਰਹਿ ਨਾ ਜਾਏ। ਕੇਸ ਬਾਏ ਕੇਸ ਹੈ, ਜਿਹੜੇ ਕੇਸ ਸਟਰੋਂਗ ਨੇ ਉਹ ਵੀ ਦੱਸਦੇ ਨੇ, ਜਿਹੜੇ ਕੇਸ ਵੀਕ ਨੇ ਉਹ ਵੀ ਦੱਸਦੇ ਨੇ। ਇਨਕਾਰ ਕਿਸੇ ਨੂੰ ਵੀ ਨਹੀਂ ਹੈਗਾ ਔਰ ਹਾਂ ਵੀ ਕਿਸੇ ਨੂੰ ਨਹੀਂ ਹੈਗੀ, ਕਿ ਡਿਪੈਂਡ ਕਰੇਗਾ ਕਿ ਤੁਸੀਂ ਅਫਸਰ ਨੂੰ ਕਿਸ ਤਰ੍ਹਾਂ ਮੁਤਮਿਨ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।